गुड मॉर्निंग प्लस टू क्लास। ਆਪਾਂ ਅਜੇ ਟੌਪਿਕ ਡਿਸਕਸ ਕਰ ਰਹੇ ਸੀਗੇ ਕੱਲ੍ਹ ਕਲਾਸ ਦੇ ਵਿੱਚ ਕੰਜ਼ਰਵੇਸ਼ਨ ਆਫ ਦਾ ਐਨਵਾਇਰਨਮੈਂਟ ਐਂਡ ਕਮਿਊਨਿਟੀ ਮੂਵਮੈਂਟਸ ਫॉर ਇਕੋਲੋਜੀਕਲ ਰੀਸਟੋਰੇਸ਼ਨ। ਉਹਦੇ ਅੰਡਰ ਆਪਾਂ ਜੋ ਅੱਜ ਟੌਪਿਕ ਰੀਡ ਕਰਨਾ ਹੈ ਦੈਟ ਇਜ਼ ਦਾ ਜੁਆਇੰਟ ਫੋਰੈਸਟ ਮੈਨੇਜਮੈਂਟ JFM। ਇੰਪੋਰਟੈਂਟ ਆ ਵਟ ਇਜ਼ JFM ਜੁਆਇੰਟ ਫੋਰੈਸਟ ਮੈਨੇਜਮੈਂਟ। ਇਹ ਕੀ ਹੈ ਰਾਜੇ ਦੇਖੋ JFM committees have been set up as a partnership between the government and local communities for protecting and managing forest in sustainable manner। ਰਾਜੇ ਦੇਖੋ ਜੰਗਲਾਂ ਨੂੰ ਸੰਭਾਲਣ ਵਾਸਤੇ ਗਵਰਨਮੈਂਟ ਨੇ ਕੀ ਕੀਤਾ, ਲੋਕਲ ਕਮਿਊਨਿਟੀਜ਼ ਮੀਨਸ ਜਿਹੜੇ ਸਧਾਰਨ ਸਮੁਦਾਇ ਸੀ, ਲੋਕ ਸੀਗੇ ਉਸ ਜੰਗਲੀ ਏਰੀਏ ਦੇ ਨੇੜੇ ਤੇੜੇ ਰਹਿਣ ਵਾਲੇ, ਉਹਨਾਂ ਦੀ ਹੈਲਪ ਦੇ ਨਾਲ ਜੰਗਲਾਂ ਨੂੰ ਬਚਾਉਣ ਵਾਸਤੇ ਸਸਟੇਨੇਬਲ ਮੈਨਰ ਮੀਨਸ ਕਿ ਕਾਇਮ ਰਹਿਣ ਯੋਗ ਵਿਕਾਸ ਦੇ ਅਕੋਰਡਿੰਗ ਇਹਨਾਂ ਨੂੰ ਇੱਕ ਨਵੀਂ ਸਕੀਮ ਲੈ ਕੇ ਆਂਦੀ, ਇੱਕ ਕਮੇਟੀ ਬਣਾਈ ਸੀਗੀ। ਇਹਦੇ ਨਾਲ ਕੀ ਹੋਊਗਾ, ਜਿਹੜੇ ਆਮ ਸਧਾਰਨ ਲੋਕ ਆ ਉਹ ਜੰਗਲੀ ਏਰੀਏ ਦੇ ਨੇੜੇ ਤੇੜੇ ਰਹਿਣ ਵਾਲੇ ਉਹ ਜੰਗਲਾਂ ਦੀ ਸਾਂਭ ਸੰਭਾਲ ਕਰਨਗੇ, ਉਹਨਾਂ ਨੂੰ ਦਰਖਤਾਂ ਨੂੰ ਬਚਾਉਣਗੇ, ਉਹਨਾਂ ਦੀ ਪ੍ਰੋਟੈਕਸ਼ਨ ਕਰਨਗੇ, ਜਿੱਦਾਂ ਕਿ ਹੰਟਿੰਗ ਵਗੈਰਾ ਤੋਂ, ਜਾਂ ਫਿਰ ਜਿਹੜੇ ਆਪਣੇ ਕੋਲ ਸਟੇਕ ਹੋਲਡਰਸ ਆ ਜਾਂਦੇ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਇੰਡਸਟਰੀਅਲਿਸਟ ਵਗੈਰਾ ਆ ਜਾਂਦੇ ਆ। ਅਤੇ ਇਹਦੇ ਨਾਲ ਗਵਰਨਮੈਂਟ ਬਟ ਉਹ ਜਿਹੜੇ ਮਤਲਬ ਕਿ ਫੋਰੈਸਟ ਦੇ ਵਿੱਚ ਪਲਾਂਟਸ ਗਰੋ ਕੀਤੇ ਹੋਏ ਆ ਉਹ ਪਲਾਂਟਸ ਨੂੰ ਸੇਲ ਕਰਨ ਦਾ ਸਿਰਫ ਅਧਿਕਾਰ ਗਵਰਨਮੈਂਟ ਕੋਲ ਹੁੰਦਾ ਵਾ, ਅਤੇ ਉਹਨਾਂ ਨੂੰ ਸੰਭਾਲਣ ਦਾ ਜਿਹੜਾ ਸਾਰਾ ਉਹ ਹੁੰਦਾ ਉਹ ਸਾਰਾ ਲੋਕਾਂ ਕੋਲ ਹੁੰਦਾ। ਬਟ ਹਾਂ ਲੋਕ ਉਹਨਾਂ ਤੋਂ ਆਪਣੇ ਫਾਇਦੇ ਲਈ ਥੋੜ੍ਹਾ ਬਹੁਤ ਯੂਜ਼ ਕਰ ਸਕਦੇ ਨੇ, ਤਾਂ ਇਹਨੂੰ ਆਪਾਂ ਜੁਆਇੰਟ ਫੋਰੈਸਟ ਮੈਨੇਜਮੈਂਟ ਕਮੇਟੀ ਦਾ ਨਾਮ ਦਿੱਤਾ। ਹੁਣ ਇਹਦੇ JFM ਦੇ ਮੈਨੇਜਮੈਂਟ ਕਰਨ ਦਾ ਤਰੀਕਾ ਕੀ ਆ, ਜਸਟ ਇਹਨਾਂ ਨੇ ਸਟੈਪ ਵਾਈਜ਼ ਦਿੱਤਾ ਹੋਇਆ। ਫਸਟ ਦੇਖੋ ਰਾਜੇ ਕੀ ਆ, ਜਿਹੜਾ ਸਟੇਟ ਫੋਰੈਸਟ ਡਿਪਾਰਟਮੈਂਟ ਆ ਅਤੇ ਵਲੰਟਰੀ ਵਿਲੇਜ ਮਤਲਬ ਜਿਹੜਾ ਵਿਲੇਜ ਉਹਨਾਂ ਦਰਖਤਾਂ ਦੀ ਜੰਗਲਾਂ ਦੀ ਸੰਭਾਲ ਕਰ ਰਿਹਾ, ਜਾਂ ਕੋਈ ਵੀ ਕਮਿਊਨਿਟੀ ਹੋ ਗਈ ਜਾਂ ਕੋਈ ਪ੍ਰਾਈਵੇਟ ਕਹਿ ਸਕਦੇ ਹਾਂ ਜਾਂ ਪਬਲਿਕ NGO ਹੋ ਗਿਆ, ਉਹ ਕੀ ਕਰਦੇ ਨੇ ਇਕੱਠੇ ਹੋ ਕੇ ਗਵਰਨਮੈਂਟ ਜਿਹੜਾ ਆਪਣੇ ਕੋਲ ਫੋਰੈਸਟ ਡਿਪਾਰਟਮੈਂਟ ਆ ਉਹ ਗਵਰਨਮੈਂਟ ਨੇ ਬਣਾਇਆ, ਅਤੇ ਜਿਹੜੇ ਆਮ ਲੋਕ ਹੋ ਗਏ ਉਹ ਦੋਨੇ ਮਿਲ ਕੇ ਇਕੱਠੇ ਕੰਮ ਕਰਦੇ ਆ JFM ਵਾਸਤੇ। ਦੈਨ ਜਿਹੜੇ ਵਿਲੇਜ ਕਮਿਊਨਿਟੀਜ਼ ਨੇ ਉਹਨਾਂ ਨੂੰ ਆਪਾਂ ਬੈਨੀਫਿਸ਼ੀਅਰੀ ਬੋਲ ਸਕਦੇ ਹਾਂ। ਬੈਨੀਫਿਸ਼ੀਅਰੀ ਮੀਨਸ ਕਿ ਜਿਹੜੇ ਫਾਇਦੇਮੰਦ ਜਾਂ ਲਾਹੇਵੰਦ ਲੋਕ ਆ, ਤਾਂ ਉਹ ਕੀ ਕਰਦੇ ਆ, ਪਹਿਲਾਂ ਤਾਂ ਸ਼ੇਅਰ ਕਰਦੇ ਆ ਇਨਟਾਈਟਲਡ ਫॉर ਸ਼ੇਅਰ ਪ੍ਰਿਸਕ੍ਰਾਈਬਡ ਬਾਈ ਦਾ ਸਟੇਟ ਗਵਰਨਮੈਂਟ ਉਹਨਾਂ ਨੂੰ ਸ਼ੇਅਰ ਦਿੰਦੀ ਆ ਕਿ ਅਧਿਕਾਰ ਦਿੰਦੀ ਆ ਕਿ ਤੁਸੀਂ ਇੱਥੇ ਕੀ ਕੰਮ ਕਰ ਸਕਦੇ ਹੋ, ਕੀ ਫਾਇਦਾ ਲੈ ਸਕਦੇ ਹੋ, ਅਤੇ ਤੁਹਾਡੀ ਕੀ ਜ਼ਿੰਮੇਵਾਰੀ ਹੈ, ਠੀਕ ਆ। ਦੈਨ ਜਿਹੜੀ ਓਨਰਸ਼ਿਪ ਆ ਉਹ ਬੈਨੀਫਿਸ਼ੀਅਰਸ ਨੂੰ ਮੀਨਸ ਕਿ ਲੋਕਲ ਜਿਹੜੇ ਪੀਪਲ ਆ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ, ਓਨਰਸ਼ਿਪ ਗਵਰਨਮੈਂਟ ਕੋਲ ਹੀ ਆ। ਜਿਹੜੇ ਬੈਨੀਫਿਸ਼ੀਅਰਸ ਹੁੰਦੇ ਆ ਉਹ ਪ੍ਰੋਡਕਟ ਯੂਜ਼ ਕਰ ਸਕਦੇ ਆ, ਉਹ ਜੰਗਲਾਂ ਦੀ ਸੰਭਾਲ ਕਰਦੇ ਆ ਤਾਂ ਉਹਨਾਂ ਦਰਖਤਾਂ ਤੋਂ ਜੋ ਵੀ ਚੀਜ਼ਾਂ ਮਿਲਦੀਆਂ ਲਾਈਕ ਜਿੱਦਾਂ ਫਰੂਟਸ ਹੋ ਗਏ, ਗਮਸ, ਰਬੜ, ਮੈਡੀਸਨ ਵਗੈਰਾ, ਗਰਾਸ ਹੋ ਗਏ, ਉਹ ਸਾਰੇ ਉਹਨਾਂ ਨੂੰ ਯੂਜ਼ ਕਰ ਸਕਦੇ ਆ। ਜਾਂ ਫਿਰ ਜਿੱਦਾਂ ਪਲਾਂਟਸ ਦੀਆਂ ਜਿਹੜੀਆਂ ਬ੍ਰਾਂਚਿਸ ਕੱਟ ਕਰਦੇ ਆ, ਟੌਪ ਬ੍ਰਾਂਚਿਸ ਨੇ, ਉਹਨਾਂ ਨੂੰ ਥੋੜ੍ਹੇ ਬਹੁਤ ਫੋਰੈਸਟ ਪ੍ਰੋਡਿਊਸ ਦੇ ਵਾਸਤੇ ਯੂਜ਼ ਕਰ ਸਕਦੇ ਲਾਈਕ ਜਿੱਦਾਂ ਆਪਾਂ ਕਹਿ ਸਕਦੇ ਹਾਂ ਐਜ਼ ਅ ਫਿਊਲ। ਬਟ ਹਾਂ ਦਰਖਤ ਨੂੰ ਕੱਟ ਕੇ ਵੇਚਣ ਦਾ ਜਿਹੜਾ ਵਾ ਉਹ ਅਧਿਕਾਰ ਉਹਨਾਂ ਕੋਲ ਨਹੀਂ ਗਾ। ਵਰਕਿੰਗ ਸਕੀਮ ਸ਼ੁੱਡ ਬੀ ਪ੍ਰੀਪੇਅਰਡ ਇਨ ਕੰਸਲਟੇਸ਼ਨ ਵਿਦ ਬੈਨੀਫਿਸ਼ੀਅਰਸ। ਜਿਹੜੀ ਵਰਕਿੰਗ ਸਕੀਮ ਆ ਕਿ ਕੰਮ ਕਿਵੇਂ ਕੀਤਾ ਜਾਊ, ਦਰਖਤਾਂ ਨੂੰ ਕਿਵੇਂ ਸੰਭਾਲਣਾ, ਉਹ ਕੀ ਆ ਗੌਰਮੈਂਟ ਅਤੇ ਜਿਹੜੇ ਉਹ ਲੋਕਲ ਪੀਪਲ ਆ ਉਹ ਦੋਨੋਂ ਕੰਸਲਟ ਕਰਕੇ ਆਪ ਤਿਆਰ ਕਰਦੇ ਆ। ਦੈਨ ਸੂਟੇਬਲ ਗ੍ਰਾਂਟ ਸ਼ੁੱਡ ਬੀ ਗਿਵਨ। ਬੈਨੀਫਿਸ਼ੀਅਰਸ ਨੂੰ ਗ੍ਰਾਂਟਸ ਵੀ ਦਿੱਤੀਆਂ ਜਾਂਦੀਆਂ, ਕਿਉਂਕਿ ਦਰਖਤਾਂ ਨੂੰ ਇਹ ਥੋੜ੍ਹਾ ਕਿ ਜੰਗਲ ਉਹਨਾਂ ਨੇ ਮਤਲਬ ਕਿ ਗੌਰਮੈਂਟ ਨੇ ਬੀਜ ਕੇ ਦੇਤੇ ਤਾਂ ਬਾਅਦ ਵਿੱਚ ਹੋ ਗਿਆ ਨਾ, ਤਾਂ ਉੱਥੇ ਉਹਨਾਂ ਨੇ ਨਰਸਰੀਜ਼ ਬਣਾਈਆਂ ਹੁੰਦੀਆਂ ਕਿ ਨਵੇਂ ਪਲਾਂਟਸ ਗਰੋ ਕਰਨੇ, ਉਹਨਾਂ ਨੂੰ ਕਿਵੇਂ ਪ੍ਰੀਪੇਅਰ ਕਰਨਾ, ਪਲਾਂਟਸ ਦੀ ਸਾਂਭ ਸੰਭਾਲ ਕਿੱਦਾਂ ਕਰਨੀ, ਅਗਰ ਪਲਾਂਟਸ ਨੂੰ ਬਿਮਾਰੀ ਲੱਗਦੀ ਆ ਉਹਨਾਂ ਨੂੰ ਕਿਵੇਂ ਬਚਾਉਣਾ, ਤਾਂ ਗ੍ਰਾਂਟਸ ਵੀ ਦਿੱਤੀਆਂ ਜਾਂਦੀਆਂ ਵਾ ਗਵਰਨਮੈਂਟ ਵੱਲੋਂ। ਦੈਨ ਕੀ ਆ, ਜਿਹੜੀ ਗ੍ਰੇਜ਼ਿੰਗ ਆ ਮਤਲਬ ਕਿ ਪਸ਼ੂਆਂ ਨੂੰ ਚਰਨ ਦੀ ਪਰਮਿਸ਼ਨ ਉੱਥੇ ਨਹੀਂ ਗੀ, ਬਟ ਜਿਹੜੇ ਪਲਾਂਟਸ ਨੇ ਉਹ ਫਰੂਟਸ ਵਾਲੇ ਹੋ ਸਕਦੇ ਨੇ। ਦੈਨ ਫਰੂਟਸ ਨੂੰ ਜਿਹੜੇ ਬੈਨੀਫਿਸ਼ੀਅਰਸ ਨੇ ਉਹ ਯੂਜ਼ ਕਰ ਵੀ ਸਕਦੇ ਆ। ਸਭ ਤੋਂ ਪਹਿਲਾਂ ਜਿਹੜੀ JFM ਸਕੀਮ ਸੀਗੀ ਇਹ ਸ਼ੁਰੂ ਕੀਤੀ ਗਈ ਸੀ ਵੈਸਟ ਬੰਗਾਲ ਦੇ ਵਿੱਚ, ਮਿਦਾਨਪੁਰ ਡਿਸਟ੍ਰਿਕਟ ਆ, ਉੱਥੋਂ ਦੇ ਅਰਬੇਰੀ ਫੋਰੈਸਟ ਰੇਂਜ ਆ, ਮਤਲਬ ਕਿ ਅਰਬੇਰੀ ਫੋਰੈਸਟ ਦਾ ਨੇਮ ਆ। ਉੱਥੇ ਅਜੀਤ ਕੁਮਾਰ ਬੈਨਰਜੀ ਸੀਗਾ ਉਹਨਾਂ ਦਾ ਜਿਹੜਾ ਮੇਨ ਹੈੱਡ ਪਰਸਨ ਸੀਗਾ, ਉਹ ਸਿਲਵੀਕਲਚਰਿਸਟ ਸੀ। ਸਿਲਵੀਕਲਚਰਿਸਟ ਮੀਨਸ ਕਿ ਜਿਹੜਾ ਸਾਇੰਟਿਸਟ ਹੁੰਦੇ ਆ ਜੋ ਫੋਰੈਸਟ ਦੀ ਸਟੱਡੀ ਨਾਲ ਰਿਲੇਟਡ ਹੁੰਦੇ ਨੇ ਉਹਨੂੰ ਸਿਲਵੀਕਲਚਰਿਸਟ ਬੋਲ ਦਿੰਦੇ ਆਪਾਂ। ਉਹਨਾਂ ਨੇ ਕੀ ਕੀਤਾ ਫਿਰ ਹੌਲੀ 1987 ਤੱਕ ਇਹ ਜਿਹੜੀ ਮਤਲਬ ਕਿ JFM ਸਕੀਮ ਸੀਗੀ ਹੋਰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਵੀ ਚਲੀ ਗਈ ਸੀ। ਅਤੇ ਦੈਨ ਤੁਸੀਂ ਦੇਖ ਸਕਦੇ ਹੋ ਕਿ ਇਹ ਨੈਸ਼ਨਲ ਫੋਰੈਸਟ ਪੋਲਿਸੀ ਡਾਕੂਮੈਂਟ 1988 ਦੇ ਵਿੱਚ ਸ਼ੁਰੂ ਹੋਏ ਸੀਗੇ, ਇਹ ਤੁਸੀਂ ਰੀਡ ਕਰ ਲਿਓ ਰਾਜੇ। ਬਟ ਬਾਈ ਦਾ 2005 63,000 ਪਾਰਟੀਸਪੇਟਰੀ ਫੋਰੈਸਟ ਪ੍ਰੋਟੈਕਸ਼ਨ ਕਮੇਟੀਜ਼
covering about 1,40,000 square kilometer forest lands are involved in JFM in 27 states of India। मतलब कि बहुत ज़्यादा फायदा हो गया, जंगलों का विस्तार होया इस चीज़ के नाल ना। तो ये नाल की JFM का मेन ऑबजैक्टिव की सीगा, लोगों को फ्यूल वुड फॉडर ते स्मॉल टिंबर दिती जाए। स्मॉल टिंबर मतलब कि जिद्दां दरख्तां दी ब्रांचेस वगैरह यूज़ कर सकते सीगे लोग। तो ये मेन की परपज़ होया कि जिहड़ी एक तां अपने जंगलों का विस्तार होया, इन्वायरमेंट पल्यूट होना बचिया, ठीक है। तो नाल दी नाल गवर्नमेंट नूं भी फायदा होया कि सांभ संभाल लई उन्हां नूं खर्चा घट करना पिया, आम लोगों नूं फायदा हो गया, तो गवर्नमेंट उन्हां प्लांट्स नूं वड्डे करके सेल कर सकती है। नैक्सट अपने कोल राजे हैगा एफोरैस्ट्रेशन। एफोरैस्ट्रेशन तुहानूं पता ही आ कि जिहड़े प्लांट्स कट्टे गए सी उन्हां दी जगह ते ज़्यादा तो ज़्यादा दरख्त बीजण नूं आपां एफोरैस्ट्रेशन कह दिंदे आ, रिवर्स ऑफ द डिफोरैस्ट्रेशन। ओके, ਇਹਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ, ਸੋਸ਼ਲ ਫੋਰੈਸਟਰੀ ਐਂਡ ਐਗਰੋ ਫੋਰੈਸਟਰੀ। ਹੁਣ ਪਹਿਲਾਂ ਸੋਸ਼ਲ ਫੋਰੈਸਟਰੀ ਕੀ ਹੁੰਦੀ, ਨਾਮ ਤੋਂ ਹੀ ਪਤਾ ਲੱਗਦਾ ਸਮਾਜਿਕ, ਸੋਸ਼ਲ ਮੀਨਸ ਸਮਾਜਿਕ ਫੋਰੈਸਟਰੀ ਕਿਹੜੀ ਆ। ਇਹਦੇ ਵਿੱਚ ਰਾਜੇ ਦੇਖੋ ਕਿ ਜਿਹੜੇ ਲੋਕ ਨੇ ਉਹਨਾਂ ਨੇ ਜੰਗਲ ਬਣਾਉਣੇ ਨੇ ਅਨਯੂਜ਼ਡ ਲੈਂਡਸ, ਜਿੱਦਾਂ ਕਿ ਐਕਸਟਰਾ ਜ਼ਮੀਨ ਪਈ ਹੁੰਦੀ ਹੈ, ਜਿਵੇਂ ਕਿ ਪਿੰਡਾਂ ਦੇ ਵਿੱਚ ਕਹਿ ਦਿੰਦੇ ਆਪਾਂ ਜਿਹੜੀ ਪੰਚਾਇਤ ਦੀ ਜਾਂ ਸਰਕਾਰ ਦੀ ਜ਼ਮੀਨ ਹੁੰਦੀ ਆ ਜਿੱਥੇ ਕੋਈ ਖੇਤੀ ਵਗੈਰਾ ਨਹੀਂ ਕੀਤੀ ਜਾਂਦੀ, ਜਾਂ ਵੈਸੇ ਹੀ ਕਹਿ ਸਕਦੇ ਹਾਂ ਕਿ ਕੋਈ ਵੇਸਟ ਲੈਂਡ ਪਈ ਆ, ਬੰਜਰ ਜ਼ਮੀਨ ਪਈ ਆ, ਉਹਦੇ ਉੱਪਰ ਵੱਧ ਤੋਂ ਵੱਧ ਦਰਖਤ ਗਰੋ ਕੀਤੇ ਜਾਣ। ਉਹ ਦਰਖਤ ਕਿਹੜੇ ਹੋਣੇ ਚਾਹੀਦੇ ਆ, ਮੇ ਬੀ ਇੰਡੀਅਨ ਹੋਣ, ਮੇ ਬੀ ਫੋਰਨ, ਮਤਲਬ ਹੋਰ ਸਟੇਟ ਤੋਂ, ਹੋਰ ਕੰਟਰੀਜ਼ ਤੋਂ ਲਿਆ ਕੇ ਕੋਈ ਵੀ ਤਰ੍ਹਾਂ ਦਾ, ਕਿਸੇ ਵੀ ਤਰ੍ਹਾਂ ਦਾ ਆਪਾਂ ਪਲਾਂਟ ਬੀਜ ਸਕਦੇ ਹਾਂ। ਇਹਦੇ ਵਿੱਚ ਕੀ ਆ, ਪ੍ਰਾਈਵੇਟ ਲੈਂਡ ਹੁੰਦੀ ਆ, ਮਤਲਬ ਕਿ ਲੋਕਾਂ ਦੀ ਆਪਣੀ ਜ਼ਮੀਨ ਹੁੰਦੀ ਆ ਕਿ ਸਰਕਾਰ ਵੱਲੋਂ ਜ਼ਰੂਰੀ ਨਹੀਂ ਦਿੱਤੀ ਜਾਊਗੀ, ਲੋਕ ਆਪਣੇ ਫਾਇਦੇ ਵਾਸਤੇ ਗਰੋ ਕਰਦੇ ਆ। ਜਿੱਦਾਂ ਮੰਨ ਲਓ ਕਿ ਕਿਸੇ ਦੇ ਪਿੰਡ ਦੇ ਵਿੱਚ ਐਕਸਟਰਾ ਜ਼ਮੀਨ ਪਈ ਆ, ਕੋਈ ਉਹਨੂੰ ਯੂਜ਼ ਨਹੀਂ ਕਰ ਰਿਹਾ, ਤਾਂ ਉੱਥੇ ਲੋਕ ਆਪਣੀ ਸਹਿਮਤੀ ਦੇ ਨਾਲ ਕਾਫੀ ਸਾਰੇ ਦਰਖਤ ਬੀਜ ਦਿੰਦੇ ਆ ਕਿ ਚਲੋ ਫਲ ਫਰੂਟ ਹੋ ਜਾਣਗੇ ਨਾ, ਜਾਂ ਲੱਕੜ ਯੂਜ਼ ਹੋ ਜੂਗੀ ਨਾ ਆਪਣੀ ਸਹਿਮਤੀ ਵਾਸਤੇ, ਤਾਂ ਉਹ ਆਪਣੇ ਕੋਲ ਆ ਜੂਗੀ ਸੋਸ਼ਲ ਫੋਰੈਸਟਰੀ। ਮੋਸਟਲੀ ਕਹਿੰਦੇ ਮਲਟੀਪਰਪਜ਼ ਟਰੀਜ਼ ਗਰੋ ਕੀਤੇ ਜਾਂਦੇ ਆ। ਜ਼ਿਆਦਾਤਰ ਲੋਕ ਜਿਹੜੇ ਸੋਸ਼ਲ ਫੋਰੈਸਟਰੀ ਵਾਲੇ ਆ ਕਿਹੜੇ ਪਲਾਂਟਸ ਯੂਜ਼ ਕਰਦੇ ਆ, ਜਿਵੇਂ ਮੈਂਗੋ ਹੋ ਗਿਆ, ਸ਼ੀਸ਼ਮ ਜਿਹਨੂੰ ਟਾਹਲੀ ਬੋਲਦੇ ਆ, ਸਫੈਦਾ, ਨੀਮ ਅਤੇ ਸਬੂਲ ਵਗੈਰਾ, ਜਿਹਨੂੰ ਆਪਾਂ ਬਬੂਲ ਵੀ ਕਹਿ ਦਿੰਦੇ ਹਾਂ। ਤਾਂ ਇਹਨਾਂ ਦੇ ਵਿੱਚ ਮੇਨ ਕੀ ਆ ਕਿ ਆਪਾਂ ਨੂੰ ਫੂਡ ਵੀ ਮਿਲਦਾ ਰਹੇ, ਲੱਕੜ ਵੀ ਮਿਲਦੀ ਰਹੇ, ਅਤੇ ਪਸ਼ੂਆਂ ਨੂੰ ਚਾਰਾ, ਇੱਦਾਂ ਦੇ ਦਰਖਤ ਬੀਜੇ ਜਾਂਦੇ ਆ। ਇਹਦੇ ਮੇਨ ਸੋਸ਼ਲ ਫੋਰੈਸਟਰੀ ਦੇ ਓਬਜੈਕਟਿਵ ਕੀ ਆ, ਓਬਜੈਕਟਿਵ ਮੇਨ ਨੈਸ਼ਨਲ ਕਮਿਸ਼ਨ ਆਫ ਐਗਰੀਕਲਚਰ 1976 ਦੇ ਅਕੋਰਡਿੰਗ ਇਹਦੇ ਮੇਨ ਓਬਜੈਕਟਿਵਸ ਨੇ, ਫਸਟ ਫੋਡਰ ਸਪਲਾਈ, ਵੱਧ ਤੋਂ ਵੱਧ ਚਾਰਾ ਸਪਲਾਈ ਕੀਤਾ ਜਾਵੇ ਪਸ਼ੂਆਂ ਵਾਸਤੇ, ਫਿਊਲ ਵੁੱਡ ਸਪਲਾਈ ਕੀਤੀ ਜਾਵੇ ਕਿ ਜਿਹੜਾ ਕਾਊ ਡੰਗ ਆ, ਮਤਲਬ ਕਿ ਪਾਥੀਆਂ ਵਗੈਰਾ ਉਹਨੂੰ ਰੀਪਲੇਸ ਕਰਕੇ ਲੱਕੜ ਯੂਜ਼ ਕੀਤੀ ਜਾਵੇ, ਟਿੰਬਰ ਸਪਲਾਈ ਨੂੰ ਵਧਾਇਆ ਜਾਵੇ ਜਿਹੜੀ ਕਿ ਆਪਣੇ ਕੋਲ ਫਰਨੀਚਰ ਵਾਲੀ ਲੱਕੜੀ ਆ। ਦੈਨ ਪ੍ਰੋਟੈਕਸ਼ਨ ਆਫ ਐਗਰੀਕਲਚਰਲ ਫੀਲਡਸ ਅਗੇਂਸਟ ਵਿੰਡਸ। ਦੇਖੋ ਰਾਜੇ ਜਿਹੜੀ ਮਿੱਟੀ ਹੁੰਦੀ ਆ, ਅਗਰ ਉਹ ਬੰਜਰ ਪਈ ਆ ਜ਼ਮੀਨ, ਤਾਂ ਸੋਇਲ ਇਰੋਜ਼ਨ ਹੁੰਦਾ, ਹਵਾ ਨਾਲ ਉੱਡ ਜਾਂਦੀ ਆ ਨਾ ਉੱਪਰਲੀ ਲੇਅਰ ਮਿੱਟੀ ਦੀ। ਬਟ ਜੇ ਆਪਾਂ ਉੱਤੇ ਪਲਾਂਟਸ ਗਰੋ ਕਰ ਦਾਂਗੇ ਦੈਨ ਉਹਦੀ ਇਰੋਜ਼ਨ ਬਚ ਜੂਗੀ, ਤਾਂ ਵਿੰਡ ਦੇ ਨਾਲ ਵਿੰਡ ਤੋਂ ਬਚਾਅ ਹੋ ਜੂਗਾ, ਤਾਂ ਖੇਤ ਦੀ ਪ੍ਰੋਟੈਕਸ਼ਨ ਹੋ ਜੂ। ਰੀਕ੍ਰੀਏਸ਼ਨਲ ਨੀਡਸ ਮੀਨਸ ਕਿ ਹੁਣ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਵੀ ਜੇ ਦੇਖਣ ਨੂੰ ਸੋਹਣੇ ਲੱਗਦੇ ਆ, ਤਾਂ ਰੀਕ੍ਰੀਏਸ਼ਨਲ ਨੀਡ ਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ। ਸੋਸ਼ਲ ਫੋਰੈਸਟਰੀ ਦੇ ਅੱਗੇ ਆਪਣੇ ਕੋਲ 3 ਟਾਈਪਸ ਆ ਜਾਂਦੀਆਂ, ਫਾਰਮ ਫੋਰੈਸਟਰੀ, ਕਮਿਊਨਿਟੀ ਫੋਰੈਸਟਰੀ ਅਤੇ ਐਕਸਟੈਂਸ਼ਨ ਫੋਰੈਸਟਰੀ। ਫਾਰਮ ਫੋਰੈਸਟਰੀ ਮੀਨਸ ਰਾਜੇ ਪਤਾ ਹੀ ਆ, ਫਾਰਮ ਕੀ ਹੁੰਦੇ ਨੇ, ਖੇਤ ਹੁੰਦੇ ਆ, ਜਿਹੜੇ ਕਿਸਾਨ ਆਪਣੇ ਖੇਤ ਦੇ ਵਿੱਚ ਫਸਲ ਦੇ ਨਾਲ ਐਕਸਟਰਾ ਪਲਾਂਟਸ ਬੀਜ ਲੈਂਦੇ ਆ। ਜਿੱਦਾਂ ਕਿ ਤੁਸੀਂ ਦੇਖਿਆ ਹੀ ਅੱਜ ਕੱਲ੍ਹ ਲੋਕ ਖੇਤਾਂ ਦੇ ਵਿੱਚ ਸਫੈਦਾ, ਪੋਪੂਲਰ ਅਤੇ ਜਾਂ ਆਪਾਂ ਕਹਿੰਦੇ ਹਾਂ ਟਾਹਲੀ, ਕਿੱਕਰ, ਜਾਮਣ, ਮੈਂਗੋ ਵਗੈਰਾ ਦੇ ਦਰਖਤ ਬੀਜ ਲੈਂਦੇ ਨੇ। ਤਾਂ ਡੈਟ ਮੀਨਸ ਕਿ ਉਹ ਆਪਣੀ ਮਰਜ਼ੀ ਲਈ ਆਪਣੀ ਪ੍ਰਾਈਵੇਟ ਲੈਂਡ 'ਤੇ ਬੀਜ ਰਹੇ ਨੇ, ਬਟ ਮੇਨ ਏਮ ਕੀ ਉਹਦੇ ਨਾਲ ਇਨਵਾਇਰਮੈਂਟ ਦਾ ਪੋਲਿਊਸ਼ਨ ਘਟ ਰਿਹਾ ਵਾ, ਠੀਕ ਹੈ ਜੀ, ਦਰਖਤਾਂ ਦੀ ਗਿਣਤੀ ਵੱਧ ਰਹੀ ਹੈ, ਚਾਹੇ ਪਲਾਂਟਸ ਆਪਣੇ ਯੂਜ਼ ਵਾਸਤੇ ਫਾਰਮਰ ਗਰੋ ਕਰ ਰਿਹਾ, ਤਾਂ ਉਹਨੂੰ ਆਪਾਂ ਫਾਰਮ ਫੋਰੈਸਟਰੀ ਕਹਿ ਦਿੰਦੇ ਹਾਂ। ਦੈਨ ਆ ਗਿਆ ਕਮਿਊਨਿਟੀ ਫੋਰੈਸਟਰੀ। ਕਮਿਊਨਿਟੀ ਰਾਜੇ ਪਤਾ ਹੀ ਹੈ ਤੁਹਾਨੂੰ, ਸਮੁਦਾਇ ਹੁੰਦਾ। ਇਹਦੇ ਵਿੱਚ ਦੇਖੋ ਰਾਜੇ ਕੀ ਆ ਕਿ ਜਿਹੜੀ ਕਹਿੰਦੇ ਪ੍ਰਾਈਵੇਟ ਲੈਂਡ ਨਹੀਂ, ਮਤਲਬ ਕਿਸੇ ਇੱਕ ਪਰਸਨ ਦੀ ਲੈਂਡ ਨਹੀਂ, ਕਮਿਊਨਿਟੀ ਸਾਰੇ ਲੋਕਾਂ ਦੀ ਸਾਂਝੀ ਜਗ੍ਹਾ, ਜਿਵੇਂ ਪਿੰਡਾਂ ਦੇ ਵਿੱਚ ਸੱਥ ਹੋ ਗਈ ਸਾਂਝੀ, ਜਾਂ ਫਿਰ ਪਿੰਡਾਂ ਦੇ ਵਿੱਚ ਜਿਵੇਂ ਗਰਾਊਂਡ ਹੋ ਗਏ, ਸਕੂਲ ਹੋ ਗਏ ਨਾ, ਅਤੇ ਉਸ ਤੋਂ ਬਿਨਾਂ ਜਿਵੇਂ ਪੰਚਾਇਤੀ ਜ਼ਮੀਨ ਹੋ ਗਈ, ਸਾਰੇ ਲੋਕਾਂ ਦੀ ਸਾਂਝੀ ਹੁੰਦੀ ਹੈ। ਸ਼ਾਮ ਲਾਟ ਦੀ ਜ਼ਮੀਨ ਹੋ ਗਈ, ਜਿੱਦਾਂ ਫੋਕਲ ਪੁਆਇੰਟਸ ਹੋ ਗਏ, ਤਾਂ ਇਹ ਸਾਂਝੀ ਜਗ੍ਹਾ ਹੁੰਦੀ ਆ ਆਮ ਲੋਕਾਂ ਦੀ। ਤਾਂ ਉੱਥੇ ਜਿਹੜੇ ਆਪਾਂ ਦਰਖਤ ਬੀਜ ਲੈਂਦੇ ਹਾਂ, ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਕਮਿਊਨਿਟੀ ਫੋਰੈਸਟਰੀ। ਇਹਦੇ ਵਿੱਚ ਵੀ ਮੇਨ ਆ ਕਿ ਪਲਾਂਟਸ ਗਰੋ ਕੀਤੇ ਜਾਂਦੇ ਆ, ਜ਼ਿਆਦਾਤਰ ਯੂਕਲਿਪਟਸ, ਜਿੱਦਾਂ ਕਿ ਸਫੈਦਾ ਹੋ ਗਿਆ, ਇਹ ਜ਼ਿਆਦਾ ਤੌਰ 'ਤੇ ਯੂਜ਼ ਕੀਤਾ ਜਾਂਦਾ। ਤਾਂ ਉਹ ਕਹਿੰਦੇ ਪਿਛਲੇ 20 ਸਾਲਾਂ ਦੇ ਵਿੱਚ ਜ਼ਿਆਦਾਤਰ ਸਫੈਦੇ ਦੇ ਦਰਖਤਾਂ ਦੀ ਗਿਣਤੀ ਵਧੀ ਆ, ਅਤੇ ਨਾਲ ਦੀ ਨਾਲ ਕੀ ਆ ਆਪਣੇ ਕੋਲ ਇਹਦੇ ਨਾਲ ਕੀ ਹੋਇਆ ਵਾ, ਟਿੰਬਰ ਵੁੱਡ ਆ ਜਿਹੜੀ ਉਹ ਵਧੀ ਆ, ਕਿਉਂਕਿ ਇਹਨੂੰ ਆਪਾਂ ਐਜ਼ ਆ ਫਰਨੀਚਰ ਵੁੱਡ ਯੂਜ਼ ਕਰ ਸਕਦੇ ਹਾਂ।
ਠੀਕ ਹੈ ਜੀ। ਰੂਰਲ ਕਮਿਊਨਿਟੀਜ਼ ਮਤਲਬ ਪਿੰਡਾਂ ਦੇ ਵਿੱਚ, ਤਾਂ ਇਹਦੇ ਵਿੱਚ ਆਪਣੇ ਕੋਲ ਇਹਨੂੰ ਆਪਾਂ ਕਹਿੰਦੇ ਨੇ ਕਮਿਊਨਿਟੀ ਫੋਰੈਸਟਰੀ। ਦੈਨ ਆ ਗਿਆ ਐਕਸਟੈਂਸ਼ਨ ਫੋਰੈਸਟਰੀ। ਐਕਸਟੈਂਸ਼ਨ ਫੋਰੈਸਟਰੀ 'ਚ ਰਾਜੇ ਦੇਖੋ, ਐਕਸਟੈਂਡ ਦਾ ਮਤਲਬ ਹੁੰਦਾ ਵਿਸਥਾਰ ਕਰਨਾ। ਇਹਦੇ ਵਿੱਚ ਕੀ ਆ, ਜਦੋਂ ਗੌਰਮੈਂਟ ਦੁਆਰਾ ਜਿਹੜਾ ਜਿਵੇਂ ਕਿ ਰੋਡ ਸਾਈਡਸ ਹੋ ਗਏ, ਨਹਿਰਾਂ ਦੇ ਆਲੇ ਦੁਆਲੇ, ਰੇਲਵੇ ਸਟੇਸ਼ਨ ਜਾਂ ਰੇਲਵੇ ਲਾਈਨਾਂ ਦੇ ਨਾਲ ਨਾਲ ਜਿਹੜੇ ਦਰਖਤ ਬੀਜੇ ਜਾਂਦੇ ਆ ਕਿ ਵੱਧ ਤੋਂ ਵੱਧ ਜਿਹੜੀ ਪਲਾਂਟਸ ਦੀ ਗਿਣਤੀ ਹੋ ਜਾਏ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਐਕਸਟੈਂਸ਼ਨ ਫੋਰੈਸਟਰੀ ਹੋ ਜਾਂਦਾ ਵਾ। ਠੀਕ ਆ ਜੀ। ਅੰਡਰ ਦਿਸ ਪ੍ਰੋਜੈਕਟ ਦੇਰ ਹੈਜ਼ ਬੀਨ ਕ੍ਰੀਏਸ਼ਨ ਆਫ ਵੁੱਡ ਲੋਟਸ ਆਫ in the village common lands and government waste lands and ਪੰਚਾਇਤ ਲੈਂਡ। ਜਿੱਦਾਂ ਪੰਚਾਇਤੀ ਜ਼ਮੀਨ ਹੋ ਗਈ, ਗਵਰਨਮੈਂਟ ਦੀ ਵੇਸਟ ਲੈਂਡ ਹੋ ਗਈ ਜਿਹੜੀ ਨੂੰ ਯੂਜ਼ ਨਹੀਂ ਕਰਦੇ, ਤਾਂ ਉੱਥੇ ਆਪਾਂ ਐਕਸਟੈਂਸ਼ਨ ਫੋਰੈਸਟਰੀ ਕਰ ਸਕਦੇ ਹਾਂ। ਦੈਨ ਆ ਗਈ ਆਪਣੇ ਕੋਲ ਐਗਰੋ ਫੋਰੈਸਟਰੀ। ਰਾਜੇ ਨੇਮ ਤੋਂ ਹੀ ਪਤਾ ਲੱਗਦਾ, ਜਿੱਦਾਂ ਆਪਾਂ ਬਾਕੀ ਪੜ੍ਹੀਆਂ ਕਮਿਊਨਿਟੀ ਅਤੇ ਫਾਰਮ ਫੋਰੈਸਟਰੀ, ਉਹਦੇ ਵਾਂਗੂ ਹੀ ਆ ਇਹ। ਐਗਰੋ ਫੋਰੈਸਟਰੀ ਦੇ ਵਿੱਚ ਕੀ ਆ, ਵੱਧ ਤੋਂ ਵੱਧ ਟਰੀਜ਼ ਆਪਾਂ ਗਰੋ ਕਰਨੇ ਆ, ਪਲਾਂਟ ਕਰਨੇ ਆ ਐਗਰੀਕਲਚਰਲ ਬਾਊਂਡਰੀਜ਼ ਦੇ, ਮਤਲਬ ਜਿੱਥੇ ਖੇਤ ਦੀ ਜ਼ਮੀਨ ਆ, ਖੇਤੀ ਕਰਦੇ ਹਾਂ ਆਪਾਂ, ਫਸਲ ਬੀਜਦੇ ਹਾਂ, ਉਹਦੇ ਖੇਤ ਦੇ ਸਾਰੇ ਦੇ ਆਲੇ ਦੁਆਲੇ, ਮਾਰਜਿਨਸ ਦੇ ਉੱਪਰ, ਆਪਣੀ ਪ੍ਰਾਈਵੇਟ ਲੈਂਡ ਦੇ ਉੱਪਰ, ਜਾਂ ਫਿਰ ਕੀ ਆ ਜਿਹੜੀ ਆਪਾਂ ਫਸਲ ਬੀਜੇ ਉਹਦੇ ਵਿੱਚ ਜਿੱਦਾਂ ਕਈ ਲੋਕ ਕੀ ਕਰਦੇ ਆ ਕਿ ਪੋਪੂਲਰ ਦੇ ਦਰਖਤ ਬੀਜ ਦਿੰਦੇ ਆ ਲਾਈਨ ਦੇ ਵਿੱਚ ਹੀ ਕਣਕ ਬੀਜ ਦਿੰਦੇ ਆ, ਤਾਂ ਮਤਲਬ ਦੋ ਚੀਜ਼ਾਂ ਇਕੱਠੀਆਂ, ਤਾਂ ਉਹਨੂੰ ਇਕੱਠੇ ਨੂੰ ਆਪਾਂ ਬੋਲਦੇ ਨੇ ਐਗਰੋ ਫੋਰੈਸਟਰੀ। ਜਿੱਦਾਂ ਕਿ ਐਗਰੀਕਲਚਰ ਦੇ ਨਾਲ ਨਾਲ ਆਪਾਂ ਫੋਰੈਸਟਰੀ ਕਰਨੀ ਆ, ਮਤਲਬ ਕਿ ਜੰਗਲ ਬਣਾਉਣਾ, ਕਿ ਵੱਡੇ ਦਰਖਤ ਬੀਜਣੇ ਆ, ਫਸਲ ਤੋਂ ਬਿਨਾਂ ਲਾਰਜ ਸਾਈਜ਼ ਦੇ ਜੇ ਪਲਾਂਟਸ ਗਰੋ ਕਰਦੇ ਆ, ਉਹਨੂੰ ਕੀ ਬੋਲਦੇ ਨੇ, ਐਗਰੋ ਫੋਰੈਸਟਰੀ। ਇਹਦੇ ਵਿੱਚ ਰਾਜੇ ਦੇਖੋ, ਕਹਿੰਦੇ ਇਹਦਾ ਨਾਮ ਆ, ਜਿਵੇਂ ਪੁਰਾਣੇ ਜ਼ਮਾਨੇ 'ਚ ਆਪਾਂ ਕਹਿੰਦੇ ਸੀ ਜਿਹੜੀ ਜ਼ਮੀਨ ਆ ਉਹਨੂੰ, ਫਾਲਤੂ ਜ਼ਮੀਨ ਨੂੰ ਆਪਾਂ ਖੇਤੀ ਕਰਨ ਲਈ ਯੂਜ਼ ਕੀਤਾ, ਉੱਥੇ ਆਪਾਂ ਐਨੀਮਲ ਹਸਬੈਂਡਰੀ ਕਰਦੇ ਸੀ ਅਤੇ ਦਰਖਤ ਵੀ ਬੀਜੇ ਹੁੰਦੇ ਸੀ। ਪਰ ਅੱਜ ਕੱਲ੍ਹ ਆਪਾਂ ਉਹਨੂੰ ਮੋਡੀਫਾਈਡ ਕਰਤਾ। ਮੋਡੀਫਾਈਡ ਕੀ ਕੀਤਾ, ਖੇਤੀ ਦੇ ਨਾਲ ਨਾਲ ਹੀ ਆਪਾਂ ਪਸ਼ੂ ਪਾਲਣ ਧੰਦਾ ਤਾਂ ਕਰਦੇ ਹੀ ਹਾਂ, ਨਾਲ ਦੀ ਨਾਲ ਆਪਾਂ ਦਰਖਤ ਬੀਜਣੇ ਸ਼ੁਰੂ ਕਰਤੇ ਵੱਡੇ। ਠੀਕ ਆ, ਤਾਂ ਇਹ ਐਗਰੋ ਫੋਰੈਸਟਰੀ ਹੋ ਗਈ। ਇਹਦੇ 'ਚ ਮੇਨ ਦਿੱਤੇ ਹੋਏ ਆ ਕਿਹੜੇ ਕਿਹੜੇ ਪਲਾਂਟਸ ਤੁਸੀਂ ਗਰੋ ਕਰ ਸਕਦੇ ਹੋ। ਦੈਨ ਇਹਦੀਆਂ ਐਡਵਾਂਟੇਜਸ ਆ, ਮੀਨਸ ਫਾਇਦੇ। ਫਸਟ ਕੀ ਆ, ਇਹਦੇ ਨਾਲ ਕਿ ਡਸ ਨਾਟ ਰਿਕੁਆਇਰ ਐਨੀ ਸਪੈਸ਼ਲ ਕੇਅਰ ਟੂ ਪ੍ਰੀਵੈਂਟ ਇਲੀਗਲ ਕਟਿੰਗ, ਗ੍ਰੇਜ਼ਿੰਗ ਐਂਡ ਕਲੀਅਰਿੰਗ। ਮਤਲਬ ਦੇਖੋ ਰਾਜੇ, ਕੋਈ ਸਪੈਸ਼ਲ ਕੇਅਰ ਨਹੀਂ ਕਰਨੀ ਪੈਂਦੀ। ਜਿੱਥੇ ਕਿਸਾਨ ਆਪਣੇ ਖੇਤ ਦੀ ਸੰਭਾਲ ਕਰਦਾ, ਨਾਲ ਹੀ ਦਰਖਤਾਂ ਨੂੰ ਵੇਖ ਲੈਂਦਾ, ਅਤੇ ਇਹਦੇ 'ਚ ਇਹ ਵੀ ਨਹੀਂ ਹੈਗਾ ਕਿ ਉਹਨਾਂ ਦਰਖਤਾਂ ਨੂੰ ਕੋਈ ਇਲੀਗਲੀ ਕੱਟ ਸਕਦਾ, ਕਿਉਂਕਿ ਕਿਸੇ ਵੀ ਇਨਸਾਨ ਦੀ ਆਪਣੀ ਪ੍ਰਾਈਵੇਟ ਲੈਂਡ ਦੇ ਉੱਪਰ ਕੋਈ ਵੀ ਹੰਟਿੰਗ ਵਗੈਰਾ ਨਹੀਂ ਕਰ ਸਕਦਾ ਹੈਗਾ। ਠੀਕ ਹੈ ਜੀ। ਦੈਨ ਇਟ ਇਜ਼ ਅ ਕੋਹੈਸਿਵ ਅਪਰੋਚ ਟੂ ਮੀਟ ਬੋਥ ਫੂਡ ਐਂਡ ਨੋਨ ਫੂਡ ਡਿਮਾਂਡਸ। ਫੂਡ ਡਿਮਾਂਡ ਮਤਲਬ ਕਿ ਜਿਹੜੀ ਆਪਾਂ ਫਸਲ ਬੀਜੀਏ, ਨੋਨ ਫੂਡ ਡਿਮਾਂਡ ਮਤਲਬ ਕਿ ਜੇ ਆਪਾਂ ਫੋਰ ਐਗਜ਼ਾਮਪਲ ਸਫੈਦਾ ਪੋਪੂਲਰ ਵਗੈਰਾ ਬੀਜਦੇ ਹਾਂ, ਇਹ ਦਰਖਤਾਂ ਤੋਂ ਆਪਾਂ ਲੱਕੜ ਵੇਚ ਸਕਦੇ ਹਾਂ, ਇਹ ਫੂਡ ਤਾਂ ਹੈ ਨਹੀਂ ਗਾ, ਬਟ ਨੋਨ ਫੂਡ ਡਿਮਾਂਡਸ ਦੇ ਨਾਲ ਆਪਾਂ ਪਲਾਂਟਸ ਦੀ ਗਿਣਤੀ ਨੂੰ ਵਧਾ ਰਹੇ ਹਾਂ। ਥੈਂਕ ਯੂ ਬੇਟਾ ਜੀ। ਨੈਕਸਟ ਤੁਹਾਡੇ ਕੋਲ ਆ ਮੇਨ ਆ ਵੈਰੀ ਮੱਚ ਇੰਪੋਰਟੈਂਟ ਟੋਪਿਕ ਆ ਲੀਗਲ ਮੈਜ਼ਰਸ ਫॉर ਹੈਂਡਲਿੰਗ ਐਂਡ ਮੈਨੇਜਮੈਂਟ ਆਫ ਵੇਸਟ। ਜਿਹੜਾ ਵੇਸਟ ਮਟੀਰੀਅਲ ਆ ਜਾਂ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਲੀਗਲ ਐਕਸ਼ਨ ਮੀਨਸ ਕਿ ਗਵਰਨਮੈਂਟ ਦੁਆਰਾ ਕਿਹੜੇ ਕਿਹੜੇ ਰੂਲਸ ਬਣਾਏ ਗਏ ਆ, ਕਿਹੜੇ ਕਿਹੜੇ ਆਰਟੀਕਲਸ ਨੇ, ਕਿਹੜੇ ਕਿਹੜੇ ਲਾਜ਼ ਨੇ, ਇਹ ਬਹੁਤ ਇੰਪੋਰਟੈਂਟ ਆ। ਬਟ ਅਜੇ ਤੁਹਾਨੂੰ ਪੜ੍ਹਨੇ ਹੀ ਪੈਣੇ ਨੇ। ਇੱਕ ਚੀਜ਼ ਕਲੀਅਰ ਕਰ ਦੇਵਾਂ, ਅਮੈਂਡਮੈਂਟ ਮਤਲਬ ਕੀ ਹੁੰਦਾ, ਸੁਧਾਰ, ਸੋਧ। ਮਤਲਬ ਜਿੱਦਾਂ 42 ਅਮੈਂਡਮੈਂਟ ਆ, ਜਦੋਂ ਕਿ ਪਹਿਲਾਂ 42 ਰੂਲ ਬਣਿਆ ਸੀ, ਆਰਟੀਕਲ ਬਣਿਆ ਸੀ, ਫਿਰ ਉਹਦੇ ਵਿੱਚ ਸੁਧਾਰ ਕੀਤਾ ਗਿਆ। ਜਿਵੇਂ 48A ਆ, ਇਹਦਾ ਮਤਲਬ ਇਹ ਵੀ ਅਮੈਂਡਮੈਂਟ ਹੀ ਆ। ਠੀਕ ਹੈ ਜੀ। ਇਹਦੇ 'ਚ ਸੁਧਾਰ ਹੋਇਆ ਤਾਂ ਉਹਦਾ ਨਾਮ ਚੇਂਜ ਕੀਤਾ ਗਿਆ ਵਾ। ਇਹ ਸਾਰੇ ਕਾਨੂੰਨ ਤੁਸੀਂ ਖੁਦ ਪੜ੍ਹਨੇ ਆ, ਬਹੁਤ ਹੀ ਇੰਪੋਰਟੈਂਟ ਆ, ਅਤੇ ਇਹ ਤੁਹਾਡੇ ਪੜ੍ਹਨ ਵਾਲੇ ਆ। ਅਗਰ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਹੋਈ ਦੈਨ ਤੁਸੀਂ ਮੈਨੂੰ ਡਿਸਕਸ ਕਰ ਸਕਦੇ ਹੋ। ਇੱਥੇ ਤਾਂ ਇਹਦੇ ਨਾਲ ਆਪਣਾ ਇਹ ਚੈਪਟਰ ਆ ਜਿਹੜਾ ਖਤਮ ਹੋਇਆ, ਤਾਂ ਕੱਲ੍ਹ ਆਪਾਂ ਨਿਊ ਚੈਪਟਰ ਸਟਾਰਟ ਕਰਾਂਗੇ। ਥੈਂਕਸ।